हाँ जी, सत श्री अकाल जी। एक बार फिर ਤੋਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਏਐਸ ਸਮਾਜਿਕ ਸਿੱਖਿਆ ਕਲਾਸ ਦੇ ਵਿੱਚ। ਤਾਂ ਅੱਜ ਦਾ ਜਿਹੜਾ ਲੈਸਨ ਨੰਬਰ 2 ਹੈ ਜੀ 6th ਕਲਾਸ ਦਾ ਗਲੋਬ ਦਾ ਮਾਡਲ ਆਫ ਦਾ ਅਰਥ। ਤਾਂ ਸੈਕਿੰਡ ਕੁਐਸਚਨ ਜਿਹੜਾ ਲੈਸਨ ਹੈ ਅਸੀਂ ਇਸ ਦੇ ਅੱਜ ਕੁਐਸਚਨ ਆਨਸਰ ਕਰਾਂਗੇ ਇੰਗਲਿਸ਼ ਔਰ ਪੰਜਾਬੀ ਮੀਡੀਅਮ ਦੋਨੋਂ ਮਾਧਿਅਮ ਦੇ ਵਿੱਚ, ਔਰ ਕੋਸ਼ਿਸ਼ ਕੀਤੀ ਹੈ ਕਿ ਸਲਾਈਡ ਮਾਧਿਅਮ ਦੁਆਰਾ ਅਸੀਂ ਇਸ ਲੈਸਨ ਨੂੰ ਚੰਗੀ ਤਰ੍ਹਾਂ ਸਮਝਣਾ ਹੈ। ਬਾਰ-ਬਾਰ ਵੀਡੀਓ ਨੂੰ ਦੇਖ ਕੇ ਅਸੀਂ ਇਸ ਨੂੰ ਬੜੇ ਹੀ ਅੱਛੇ ਤਰੀਕੇ ਨਾਲ ਸਮਝ ਸਕਦੇ ਹਾਂ। ਤਾਂ ਸਭ ਤੋਂ ਜਿਵੇਂ ਪਹਿਲਾ ਪ੍ਰਸ਼ਨ ਹੈ ਸਾਡਾ, ਵਾਈ ਇਜ਼ ਦਾ ਗਲੋਬ ਕਾਲਡ ਅ ਮਾਡਲ ਆਫ ਦਾ ਅਰਥ। ਤਾਂ ਅਰਥ ਦਾ ਜਿਹੜਾ ਗਲੋਬ ਹੈ ਉਸ ਨੂੰ ਕਿਉਂ ਮਾਡਲ ਕਿਹਾ ਜਾਂਦਾ ਹੈ, ਕਿ ਗਲੋਬ ਨੂੰ ਧਰਤੀ ਦਾ ਮਾਡਲ ਕਿਉਂ ਕਿਹਾ ਜਾਂਦਾ ਹੈ। ਤਾਂ ਗਲੋਬ ਸ਼ੋਜ਼ ਦਾ ਅਰਥ ਇਨ ਇਟਸ ਟਰੂ ਸ਼ੇਪ, ਉਹ ਸਾਨੂੰ ਉਸ ਦੀ ਸਹੀ ਜਿਹੜੀ ਸ਼ੇਪ ਹੈਗੀ ਹੈ, ਸਹੀ ਜਿਹੜੀ ਸ਼ਕਲ ਬਾਰੇ ਦੱਸਦਾ। ਸੋ ਦੈਟ ਦਾ ਗਲੋਬ ਇਜ਼ ਕਾਲਡ ਇਹ ਮਾਡਲ ਆਫ ਹੈ। ਤਾਂ ਇਸ ਕਰਕੇ ਜਿਹੜਾ ਗਲੋਬ ਆ ਉਸ ਨੂੰ ਇਸ ਦਾ ਕੀ ਆ ਮਾਡਲ ਕਿਹਾ ਜਾਂਦਾ ਹੈ। ਠੀਕ ਹੈ, ਗਲੋਬ ਨੂੰ ਧਰਤੀ ਦਾ ਮਾਡਲ ਕਿਉਂ ਕਿਹਾ ਜਾਂਦਾ, ਕਿਉਂਕਿ ਗਲੋਬ ਧਰਤੀ ਦਾ ਸਹੀ ਪ੍ਰਤੀਰੂਪ ਹੈ। ਇਸ 'ਤੇ ਧਰਤੀ ਦੇ ਮਹਾਂਦੀਪਾਂ, ਮਹਾਂਸਾਗਰਾਂ, ਦਰਿਆਵਾਂ ਅਤੇ ਦਿਸ਼ਾਵਾਂ ਨੂੰ ਸਹੀ ਦਰਸਾਇਆ ਜਾਂਦਾ ਹੈ। ਇਸ ਕਰਕੇ ਅਸੀਂ ਇਸ ਨੂੰ ਧਰਤੀ ਦਾ ਮਾਡਲ ਬੋਲਦੇ ਹਾਂ। ਇਹ ਤੁਸੀਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਦਾ ਗਲੋਬ ਤੁਸੀਂ ਦੇਖਿਆ ਹੀ ਹੋਣਾ। ਇਹ ਜਿਹੜਾ ਗਲੋਬ ਹੈਗਾ ਇਸ ਦੇ ਉੱਪਰ ਸਾਨੂੰ ਜਿਹੜਾ ਯੈਲੋ ਬਲੂ ਕਲਰ ਦੇ ਵਿੱਚ ਦਿਖਾਈ ਦੇ ਰਿਹਾ ਤੁਹਾਨੂੰ ਕਲਰ, ਉਹ ਸਾਰੇ ਦਾ ਸਾਰਾ ਜਿਹੜਾ ਪਾਣੀ ਹੈ ਯਾਨੀ ਕਿ ਵਾਟਰ ਹੈ। ਉਸ ਤੋਂ ਬਾਅਦ ਫਿਰ ਜੋ ਗ੍ਰੀਨ, ਰੈੱਡ ਜਾਂ ਬਰਾਊਨ ਕਲਰ ਦਾ ਜੋ ਹਿੱਸਾ ਸਾਨੂੰ ਦਿਖ ਰਿਹਾ ਉਹ ਸਾਡੀ ਕੀ ਹੈ ਲੈਂਡ ਹੈ, ਯਾਨੀ ਕਿ ਉਹ ਸਾਡਾ ਕੀ ਹੈ ਸਾਰੇ ਦਾ ਸਾਰਾ ਜਿਹੜਾ ਥਲ ਭਾਗ ਹੈ। ਤਾਂ ਇਸ ਤਰ੍ਹਾਂ ਜਿਹੜਾ ਗਲੋਬ ਹੈਗਾ ਉਹ ਜਿਹੜਾ ਧਰਤੀ ਦਾ, ਕਿਤੇ ਵੀ ਤੁਸੀਂ ਇਹ ਗਲੋਬ ਦੇਖ ਸਕਦੇ ਹੋ, ਆਫਿਸ ਦੇ ਵਿੱਚ, ਸਕੂਲ ਆਫਿਸ ਦੇ ਵਿੱਚ ਜਾਂ SST ਦੇ ਤੁਸੀਂ ਰੂਮ ਦੇ ਵਿੱਚ ਜਾਓਗੇ ਉੱਥੇ ਤੁਹਾਨੂੰ ਇਹ ਗਲੋਬ ਦੇਖਣ ਨੂੰ ਮਿਲੇਗਾ। ਤਾਂ ਇਹ ਗਲੋਬ ਹੈ ਜੋ ਕਿ ਧਰਤੀ ਦਾ ਸਹੀ ਮਾਡਲ ਦਰਸਾਉਂਦਾ ਹੈ। ਇਸ ਕਰਕੇ ਇਸ ਨੂੰ ਧਰਤੀ ਦਾ ਮਾਡਲ ਦਾ ਨਾਮ ਦਿੰਦਾ। ਗਲੋਬ ਦੇ ਉੱਪਰਲੇ ਅਤੇ ਹੇਠਲੇ ਚਪਟੇ ਜਿਹੇ ਸਿਰਿਆਂ ਨੂੰ ਕੀ ਨਾਂ ਦਿੱਤੇ ਜਾਂਦੇ ਹਨ। ਤਾਂ ਉੱਪਰਲੇ ਸਿਰੇ ਨੂੰ ਉੱਤਰੀ ਧਰੁਵ ਅਤੇ ਹੇਠਲੇ ਸਿਰੇ ਨੂੰ ਦੱਖਣੀ ਧਰੁਵ ਦਾ ਨਾਮ ਦਿੱਤਾ ਗਿਆ ਹੈ। ਹੁਣ ਉੱਪਰਲੇ ਤੇ ਹੇਠਲੇ ਸਿਰੇ ਦੀ ਗੱਲ ਕੀਤੀ ਜਾਵੇ ਤਾਂ ਅਗਲਾ ਜਿਹੜੇ ਚਿੱਤਰ ਧਿਆਨ ਨਾਲ ਦੇਖੋ, ਇਹ ਦੇਖੋ ਇਸ ਤਰ੍ਹਾਂ ਇਹ ਧਰਤੀ ਹੈ। ਧਰਤੀ ਦੇ ਉੱਪਰਲੇ ਸਿਰੇ ਨੂੰ ਨਾਰਥ ਪੋਲ ਔਰ ਜਿਹੜਾ ਹੇਠਲਾ ਸਿਰਾ ਹੈ ਉਸ ਨੂੰ ਅਸੀਂ ਸਾਊਥ ਪੋਲ ਬੋਲਦੇ ਹਾਂ। ਯਾਨੀ ਕਿ ਉੱਪਰਲੇ ਸਿਰੇ ਨੂੰ ਅਸੀਂ ਬੋਲਦੇ ਹਾਂ, ਇਹ ਵਾਲਾ ਸਾਡਾ ਉੱਪਰਲਾ ਸਿਰਾ ਹੈ ਧਰਤੀ ਦਾ, ਇਸ ਨੂੰ ਅਸੀਂ ਨਾਰਥ ਪੋਲ ਯਾਨੀ ਕਿ ਉੱਤਰੀ ਧਰੁਵ ਬੋਲਦੇ ਹਾਂ। ਠੀਕ ਹੈ ਬੇਟਾ। ਔਰ ਜੋ ਨੀਚੇ ਵਾਲਾ ਸਿਰਾ ਹੈ ਇਹ ਵਾਲਾ, ਇਸ ਨੂੰ ਅਸੀਂ ਸਾਊਥ ਪੋਲ ਦਾ ਨਾਮ ਦਿੰਦੇ ਹਾਂ, ਦੱਖਣੀ ਧਰੁਵ। ਠੀਕ ਹੈ, ਉੱਤਰ ਔਰ ਦੱਖਣ ਇਹਦੀ ਡਾਇਰੈਕਸ਼ਨ ਦੇ ਪੱਖੋਂ ਵੀ ਅਸੀਂ ਦੇਖ ਰਹੇ ਹਾਂ, ਉੱਤਰ ਉੱਪਰ ਹੈ ਔਰ ਦੱਖਣ ਹੈ ਜਿਹੜਾ ਥੱਲੇ, ਦੱਖਣ ਹੈ ਜਿਹੜਾ ਥੱਲੇ ਵਾਲੇ ਪਾਸੇ ਹੈ। ਤਾਂ ਇਹ ਅਸੀਂ ਯਾਦ ਰੱਖਣਾ ਕਿ ਧਰਤੀ ਦੇ ਉੱਪਰਲੇ ਸਿਰੇ ਨੂੰ ਅਸੀਂ ਕੀ ਬੋਲਾਂਗੇ ਨਾਰਥ ਪੋਲ ਔਰ ਨੀਚੇ ਵਾਲੇ ਸਿਰੇ ਨੂੰ ਸਾਊਥ ਪੋਲ। ਠੀਕ ਹੈ ਜੀ, ਇਹੀ ਕੁਐਸਚਨ ਹੈ ਕਿ ਇੰਗਲਿਸ਼ ਮੀਡੀਅਮ ਦੇ ਵਿੱਚ ਹੈ। ਦ ਅੱਪਰ ਜਿਹੜਾ ਹੈਗਾ ਸਾਡਾ ਜਿਹੜਾ ਅਸੀਂ ਪੜ੍ਹਿਆ ਹੈਗਾ ਉੱਪਰ ਵਾਲਾ ਜਿਹੜਾ ਹਿੱਸਾ ਹੈਗਾ ਗਲੋਬ ਦਾ, ਉਸ ਨੂੰ ਅਸੀਂ ਨਾਰਥ ਪੋਲ ਔਰ ਨੀਚੇ ਵਾਲਾ ਜਿਹਨੂੰ ਸਾਊਥ ਪੋਲ ਬੋਲਾਂਗੇ। ਅਗਲਾ ਕੁਐਸਚਨ ਹੈ, ਦੋਨਾਂ ਧਰੁਵਾਂ ਨੂੰ ਮਿਲਾਉਣ ਵਾਲੀਆਂ ਅਰਧ ਗੋਲਾਕਾਰ ਨੂੰ ਕੀ ਕਿਹਾ ਜਾਂਦਾ ਹੈ। ਜੋ ਅਰਧ ਗੋਲਾਕਾਰ ਰੇਖਾਵਾਂ ਹੈਗੀਆਂ ਜੋ ਦੋਨਾਂ ਧਰੁਵਾਂ ਨੂੰ, ਜਿਵੇਂ ਜਿਹੜੇ ਕਿ ਅਸੀਂ ਹੁਣੇ ਉੱਪਰ ਧਰੁਵ ਪੜ੍ਹ ਕੇ ਆਏ ਹਾਂ ਬੱਚੇ, ਨਾਰਥ ਪੋਲ ਔਰ ਸਾਊਥ ਪੋਲ, ਇਹਨਾਂ ਦੋਨਾਂ ਨੂੰ ਮਿਲਾਉਂਦੀਆਂ ਉਹਨਾਂ ਨੂੰ ਕੀ ਬੋਲਿਆ ਜਾਂਦਾ। ਤਾਂ ਉਹਨਾਂ ਨੂੰ ਅਸੀਂ ਬੋਲਦੇ ਹਾਂ ਦਿਸ਼ਾਂਤਰ ਰੇਖਾਵਾਂ। ਇਹ ਤੁਹਾਡੇ ਸਾਹਮਣੇ ਇੱਕ ਚਿੱਤਰ ਹੈ, ਧਿਆਨ ਦੇ ਨਾਲ ਦੇਖੋ। ਦੇਖੋ ਸਾਡਾ ਇਹ ਨਾਰਥ ਪੋਲ ਹੈ, ਠੀਕ ਹੈ, ਇਹ ਸਾਡਾ ਸਾਊਥ ਪੋਲ ਹੈ। ਤਾਂ ਜਿਹੜੀਆਂ ਰੇਖਾਵਾਂ ਦੇਖੋ 0 ਡਿਗਰੀ, 30 ਡਿਗਰੀ, 60 ਡਿਗਰੀ, 90 ਡਿਗਰੀ, ਇਹ ਜਿਹੜੀਆਂ ਰੇਖਾਵਾਂ ਹੈਗੀਆਂ ਇਹ ਨਾਰਥ ਤੋਂ ਸਾਊਥ ਪੋਲ 'ਤੇ ਆ ਕੇ ਆਪਸ ਵਿੱਚ ਕੀ ਹੈ ਮਿਲ ਰਹੀਆਂ। ਠੀਕ ਹੈ ਬੇਟਾ, ਦੇਖ ਲਓ ਧਿਆਨ ਨਾਲ, ਨਾਰਥ ਔਰ ਸਾਊਥ ਪੋਲ 'ਤੇ ਇਹ ਸਾਡਾ ਨਾਰਥ ਪੋਲ ਹੈ, ਬਾਰ-ਬਾਰ ਤੁਹਾਨੂੰ ਦੱਸ ਰਿਹਾ ਮੈਂ, ਔਰ ਨੀਚੇ ਵਾਲਾ ਸਾਡਾ ਸਾਊਥ ਪੋਲ ਹੈ। ਤਾਂ ਇਹ ਦੋਨੋਂ ਜਿਹੜੀਆਂ ਹੈਗੀਆਂ ਇੱਥੇ ਆ ਕੇ ਕੀ ਆ ਆਪਸ ਵਿੱਚ ਮਿਲ ਰਹੀਆਂ। ਤਾਂ ਇਸ ਤਰ੍ਹਾਂ ਇਹ ਨਾਰਥ ਔਰ ਸਾਊਥ ਪੋਲ ਨੂੰ ਆਪਸ ਵਿੱਚ ਮਿਲਾਉਂਦੀਆਂ। ਇਸ ਕਾਰਨ ਇਹਨਾਂ ਨੂੰ ਕੀ ਬੋਲਦੇ ਹਾਂ ਅਸੀਂ, ਇਹਨਾਂ ਰੇਖਾਵਾਂ ਨੂੰ ਦਿਸ਼ਾਂਤਰ ਰੇਖਾਵਾਂ ਕਿਹਾ ਜਾਂਦਾ ਹੈ। ਕੀ ਕਿਹਾ ਜਾਂਦਾ ਇਹਨਾਂ ਰੇਖਾਵਾਂ ਨੂੰ? ਦਿਸ਼ਾਂਤਰ ਰੇਖਾਵਾਂ। ਠੀਕ ਹੈ, ਅਤੇ ਜੇ ਅਸੀਂ ਗੱਲ ਕਰੀਏ ਇੰਗਲਿਸ਼ ਦੇ ਵਿੱਚ ਤਾਂ ਅਸੀਂ ਇਹਨਾਂ ਨੂੰ ਲੌਂਗਟੀਟਿਊਡਸ ਬੋਲਦੇ ਹਾਂ। ਕੀ ਬੋਲਦੇ ਹਾਂ ਅਸੀਂ? ਲੌਂਗਟੀਟਿਊਡਸ। ਠੀਕ ਹੈ, ਇੰਗਲਿਸ਼ ਮੀਡੀਅਮ ਵਾਲੇ ਬੱਚੇ ਇਸ ਨੂੰ ਅੱਛੀ ਤਰ੍ਹਾਂ ਦੇਖ ਲੈਣਗੇ। ਵੀਡੀਓ ਚੰਗੀ ਲੱਗ ਰਹੀ ਹੈ ਇਸ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਨਾ, ਔਰ ਸਕਰੀਨਸ਼ਾਟ ਲੈ ਕੇ ਤੁਸੀਂ ਇਸ ਦੇ ਅਭਿਆਸ ਦੇ ਵਿੱਚ ਜਿਹੜੇ ਆਪਣੀ ਕਾਪੀ ਤਿਆਰ ਕਰ ਸਕਦੇ ਹੋ। ਔਰ ਕੋਸ਼ਿਸ਼ ਕਰਨਾ ਕਿ ਜਿਹੜੇ ਤੁਹਾਨੂੰ ਚਿੱਤਰ ਨਾਲ ਦਿੱਤੇ ਗਏ ਨਾਲ ਚਿੱਤਰ ਬਣਾ ਕੇ ਤੁਸੀਂ ਇਸ ਨੂੰ ਬੜੇ ਅੱਛੇ ਤਰੀਕੇ ਦੇ ਨਾਲ ਸਮਝ ਸਕਦੇ ਹੋ। ਨੈਕਸਟ ਕੁਐਸਚਨ ਹੈ, ਗੋਲਾ ਦਾ ਕੀ ਅਰਥ ਹੈ? ਉਸ ਰੇਖਾ ਦਾ ਨਾਂ ਦੱਸੋ ਜਿਹੜੀ ਧਰਤੀ ਨੂੰ 2 ਬਰਾਬਰ ਹਿੱਸਿਆਂ ਦੇ ਵਿੱਚ ਵੰਡਦੀ ਹੈ। ਤਾਂ ਧਰਤੀ ਦੇ ਅੱਧੇ ਹਿੱਸੇ ਨੂੰ ਗੋਲਾਰਧ ਆਖਦੇ ਹਨ। ਭੂਮੱਧ ਰੇਖਾ ਧਰਤੀ ਨੂੰ 2 ਬਰਾਬਰ ਹਿੱਸਿਆਂ ਵਿੱਚ ਵੰਡਦੀ ਹੈ। ਤਾਂ ਇਹ ਸਾਡੀ ਧਰਤੀ ਦਾ ਜੋ ਚਿੱਤਰ ਤੁਸੀਂ ਦੇਖ ਰਹੇ ਹੋ, ਔਰ ਸੈਂਟਰ ਦੇ ਵਿੱਚੋਂ ਜਿਹੜੀ ਇਕੁਏਟਰ ਜਾਣੀ ਕਿ ਭੂਮੱਧ ਰੇਖਾ ਹੈ ਉਹ 2 ਹਿੱਸਿਆਂ ਦੇ ਵਿੱਚ ਲਾਲ ਰੰਗ ਦੀ ਬੇਟਾ ਜਿਹੜੀ ਇਹ ਲਾਈਨ ਤੁਹਾਨੂੰ ਦਿਖਾਈ ਦੇ ਰਹੀ ਹੈ, ਇਹ ਧਰਤੀ ਨੂੰ ਕੀ ਹੈ 2 ਹਿੱਸਿਆਂ ਦੇ ਵਿੱਚ ਵੰਡਦੀ ਹੈ। ਇਹ ਧਰਤੀ ਨੂੰ ਕੀ ਹੈ 2 ਬਰਾਬਰ ਹਿੱਸਿਆਂ ਦੇ ਵਿੱਚ ਵੰਡਦੀ ਹੈ। ਇਸ ਕਰਕੇ ਇਹ ਇੱਕ ਦੇਖੋ ਉੱਪਰ ਵਾਲਾ
ਅੱਧਾ ਹਿੱਸਾ ਹੋ ਗਿਆ ਔਰ ਨੀਚੇ ਵਾਲਾ ਅੱਧਾ ਹਿੱਸਾ ਹੋ ਗਿਆ। ਜਿਹੜਾ ਉੱਪਰ ਵਾਲਾ ਹਿੱਸਾ ਅਸੀਂ ਹੁਣੇ ਹੀ ਪਿੱਛੇ ਪੜ੍ਹ ਕੇ ਆਏ ਹਾਂ, ਇਸ ਨੂੰ ਅਸੀਂ ਉੱਤਰੀ ਧਰੁਵ ਦਾ ਨਾਮ ਦੇ ਦਿੰਦੇ ਹਾਂ, ਔਰ ਜਿਹੜਾ ਨੀਚੇ ਵਾਲਾ ਹਿੱਸਾ ਹੈਗਾ ਇਸ ਨੂੰ ਅਸੀਂ ਦੱਖਣੀ ਧਰੁਵ ਦਾ ਨਾਮ ਦਿੰਦੇ ਹਾਂ, ਕਿਉਂਕਿ ਇਹ ਦੋ ਹਿੱਸਿਆਂ ਦੇ ਵਿੱਚ ਜਿਹੜਾ ਧਰਤੀ ਨੂੰ ਵੰਡ ਦਿੰਦੀ ਹੈ। ਠੀਕ ਹੈ, ਇਸ ਰੇਖਾ ਨੂੰ ਇਕੂਟਰ ਯਾਨੀ ਕਿ ਭੂਮੱਧ ਰੇਖਾ ਬੋਲਿਆ ਜਾਂਦਾ ਹੈ। ਨੈਕਸਟ ਕੁਐਸਚਨ ਹੈ, ਮੁੱਖ ਮਾਧਿਅਮਾਨ ਰੇਖਾ ਕਿਸ ਨੂੰ ਆਖਦੇ ਹਨ ਅਤੇ ਇਹ ਕਿੱਥੋਂ ਗੁਜ਼ਰਦੀ ਹੈ। ਹੁਣ ਗੱਲ ਆਈ ਹੈ ਮੁੱਖ ਮਾਧਿਅਮਾਨ ਰੇਖਾ, ਤਾਂ 0 ਡਿਗਰੀ ਦੇਸ਼ਾਂਤਰ ਨੂੰ ਮੁੱਖ ਮਾਧਿਅਮਾਨ ਰੇਖਾ ਆਖਦੇ ਹਨ। ਇਹ ਇੰਗਲੈਂਡ ਦੇ ਗ੍ਰੀਨਵਿਚ ਨਾਂ ਦੇ ਸਥਾਨ ਤੋਂ ਨਿਕਲਦੀ ਹੈ। ਹੁਣ ਜੇ ਮੁੱਖ ਮਾਧਿਅਮਾਨ ਰੇਖਾ ਦੀ ਅਸੀਂ ਗੱਲ ਕਰੀਏ ਤਾਂ ਜਿਹੜੀ 0 ਡਿਗਰੀ, ਇਹ ਅਸੀਂ ਪਿੱਛੇ ਦੇਖ ਕੇ ਆਏ ਹਾਂ, ਜਿਹੜੀਆਂ ਦੇਸ਼ਾਂਤਰ ਰੇਖਾਵਾਂ ਹੈਗੀਆਂ ਜੋ ਨਾਰਥ ਤੋਂ ਸਾਊਥ ਵੱਲ ਖਿੱਚੀਆਂ ਜਾਂਦੀਆਂ ਹੈਗੀਆਂ ਔਰ ਨਾਰਥ ਔਰ ਸਾਊਥ ਨੂੰ ਆਪਸ ਵਿੱਚ ਮਿਲਾਉਂਦੀਆਂ ਵੀ ਆ, ਔਰ ਸੈਂਟਰ ਦੇ ਵਿੱਚੋਂ 0 ਡਿਗਰੀ ਦੇ ਵਿੱਚ ਲੱਗੀ ਹੋਈ ਹੈ, ਉਸ ਨੂੰ ਅਸੀਂ ਮੁੱਖ ਮਾਧਿਅਮਾਨ ਰੇਖਾ ਬੋਲਦੇ ਹਾਂ। ਗ੍ਰੀਨ ਵਿੱਚ ਇਹ ਇੰਡੀਆ ਜਿਹੜਾ ਵਰਲਡ ਮੈਪ ਹੈ, ਵਰਲਡ ਮੈਪ ਦੇ ਵਿੱਚ ਅਸੀਂ ਇਸ ਨੂੰ ਦੇਖਾਂਗੇ ਤਾਂ ਗ੍ਰੀਨ ਵਿੱਚ ਜਿਹੜਾ ਹੈਗਾ ਉਸ ਦੇ ਵਿੱਚ ਦੀ ਜਿਹੜੀ ਇਹ ਲੰਘਦੀ ਹੈਗੀ ਹੈ। ਠੀਕ ਹੈ ਜੀ, ਇੰਗਲੈਂਡ ਦੇ ਇੱਕ ਗ੍ਰੀਨਵਿਚ ਨਾਂ ਦੇ ਸਥਾਨ ਦੇ ਵਿੱਚ ਦੀ ਜਿਹੜੀ ਇਹ ਰੇਖਾ ਲੰਘਦੀ ਹੈ। ਠੀਕ ਹੈ, ਔਰ ਇਸ ਨੂੰ ਪ੍ਰਾਈਮ ਮੈਰੀਡੀਅਨ 0 ਡਿਗਰੀ ਲੌਂਗਟੀਟਿਊਡ ਇਜ਼ ਕਾਲਡ ਦਾ ਪ੍ਰਾਈਮ ਮੈਰੀਡੀਅਨ। ਇਟ ਪਾਸਸ ਥਰੂ ਦਾ ਜਿਹੜੀ ਕਿੱਥੋਂ ਗੁਜ਼ਰਦੀ ਹੈ, ਗ੍ਰੀਨਵਿਚ ਆਫ ਦਾ ਇੰਗਲੈਂਡ। ਠੀਕ ਹੈ, ਤਾਂ ਇਸ ਦਾ ਅਸੀਂ ਧਿਆਨ ਰੱਖਣਾ ਹੈਗਾ। 0 ਡਿਗਰੀ ਮੈਰੀਡੀਅਨ ਜਿਹੜੀ ਹੈਗੀ ਆ, 0 ਡਿਗਰੀ ਜਿਹੜੀ ਰੇਖਾ ਹੈਗੀ ਆ, ਦੇਸ਼ਾਂਤਰ ਰੇਖਾ ਹੈਗੀ ਆ, ਉਹ ਮੁੱਖ ਮਾਧਿਅਮਾਨ ਰੇਖਾ ਹੈ ਸਾਡੀ। ਪਿਕਚਰਸ ਨੂੰ ਧਿਆਨ ਨਾਲ ਦੇਖਣਾ, ਚਿੱਤਰਸ ਨੂੰ ਦੇਖ ਕੇ ਇਸ ਨੂੰ ਧਿਆਨ ਨਾਲ ਬੜੇ ਹੀ ਅੱਛੇ ਤਰੀਕੇ ਨਾਲ ਅਸੀਂ ਸਮਝ ਸਕਦੇ ਹਾਂ। ਹੁਣ ਅਕਸ਼ਾਂਸ਼ ਅਤੇ ਦੇਸ਼ਾਂਤਰ ਵਿੱਚ ਕੀ ਅੰਤਰ ਹੈ, ਅਸੀਂ ਦੋ ਅਕਸ਼ਾਂਸ਼ ਅਤੇ ਦੇਸ਼ਾਂਤਰ ਰੇਖਾਵਾਂ ਬਾਰੇ ਪੜ੍ਹਿਆ। ਤਾਂ ਗਲੋਬ ਦੇ ਭੂਮੱਧ ਰੇਖਾ ਦੇ ਸਮਾਂਤਰ ਖਿੱਚੀਆਂ ਰੇਖਾਵਾਂ ਨੂੰ ਅਸੀਂ ਅਕਸ਼ਾਂਸ਼ ਅਤੇ ਗਲੋਬ ਦੇ ਉੱਤਰੀ ਅਤੇ ਦੱਖਣੀ ਧਰੁਵ ਨੂੰ ਮਿਲਾਉਣ ਵਾਲੀਆਂ ਰੇਖਾਵਾਂ ਦੇਸ਼ਾਂਤਰ ਹਨ। ਅਸੀਂ ਹੁਣ ਹੀ ਪੜ੍ਹ ਕੇ ਆਏ ਹਾਂ ਕਿ ਜੋ ਭੂਮੱਧ ਰੇਖਾ ਦੇ ਸਮਾਂਤਰ ਖਿੱਚੀਆਂ ਜਾਂਦੀਆਂ ਹਨ, ਇਹ ਦੇਖੋ ਦੋਨੋਂ ਹੀ ਰੇਖਾਵਾਂ ਦਾ ਚਿੱਤਰ ਦਿੱਤਾ ਗਿਆ ਹੈ। ਠੀਕ ਹੈ ਜੀ, ਨਾਰਥ ਪੋਲ ਸਾਊਥ ਪੋਲ ਇਕੂਟਰ ਦੇ ਜੋ ਬਿਲਕੁਲ ਪੈਰਲ ਜਿਹੜੀਆਂ ਰੇਖਾਵਾਂ ਖਿੱਚੀਆਂ ਜਾਂਦੀਆਂ ਹਨ ਉਹਨਾਂ ਨੂੰ ਅਸੀਂ ਬੋਲਦੇ ਹਾਂ ਦੇਸ਼ਾਂਤਰ ਅਕਸ਼ਾਂਸ਼ ਰੇਖਾਵਾਂ। ਇੱਕ ਜਿਹੜੀਆਂ ਭੂਮੱਧ ਰੇਖਾ ਦੇ ਬਿਲਕੁਲ ਬਰਾਬਰ ਖਿੱਚੀਆਂ ਜਾਂਦੀਆਂ ਅਕਸ਼ਾਂਸ਼ ਰੇਖਾਵਾਂ ਕਿਹਾ ਜਾਂਦਾ ਹੈ, ਔਰ ਜਿਹੜੀਆਂ ਨਾਰਥ ਔਰ ਸਾਊਥ ਪੋਲ ਨੂੰ ਆਪਸ ਵਿੱਚ ਮਿਲਾਉਂਦੀਆਂ ਉਹਨਾਂ ਨੂੰ ਅਸੀਂ ਦੇਸ਼ਾਂਤਰ ਰੇਖਾਵਾਂ ਯਾਨੀ ਕਿ ਲੌਂਗਟੀਟਿਊਡ ਬੋਲਦੇ ਹਾਂ। ਠੀਕ ਹੈ, ਇੱਕ ਪਾਸੇ ਸਾਡੇ ਕੋਲੇ ਲੌਂਗਟੀਟਿਊਡ ਹੈ ਔਰ ਦੂਜੇ ਪਾਸੇ ਸਾਡੇ ਕੋਲੇ ਕੀ ਹੈ, ਲੈਟੀਟਿਊਡ ਹੈ। ਲੌਂਗਟੀਟਿਊਡਸ ਔਰ ਲੈਟੀਟਿਊਡਸ ਦੇ ਵਿੱਚ ਡਿਫਰੈਂਸ ਤੁਸੀਂ ਦੇਖ ਰਹੇ ਹੋਵੋਗੇ। ਜਿਹੜੀਆਂ ਇਹ ਰੇਖਾਵਾਂ ਹੈਗੀਆਂ ਇਹ ਨਾਰਥ ਤੋਂ ਈਸਟ ਤੋਂ ਵੈਸਟ, ਜਿਹੜੀਆਂ ਅਸੀਂ ਜਿਨ੍ਹਾਂ ਦੀ ਅਕਸ਼ਾਂਸ਼ ਰੇਖਾਵਾਂ ਦੀ ਗੱਲ ਕਰ ਰਹੇ ਹਾਂ, ਉੱਤਰ ਤੋਂ ਦੱਖਣ ਵੱਲ ਖਿੱਚੀਆਂ ਜਾਂਦੀਆਂ ਹਨ। ਠੀਕ ਹੈ, ਔਰ ਜਿਹੜੀਆਂ ਅਸੀਂ ਦੇਸ਼ਾਂਤਰ ਰੇਖਾਵਾਂ ਦੀ ਗੱਲ ਕਰਦੇ ਹਾਂ ਪੂਰਬ ਤੋਂ ਪੱਛਮ ਵੱਲ, ਯਾਨੀ ਕਿ ਇਹ ਕੀ ਹੈ, ਇਹਨਾਂ ਦੇ ਵਿੱਚ ਇਹ ਇੱਕ ਅੰਤਰ ਹੈ। ਤਾਂ ਅਗਰ ਇਹਨਾਂ ਦੀ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ ਜਿਹੜੀਆਂ ਅਕਸ਼ਾਂਸ਼ਾਂ ਦੀ ਗਿਣਤੀ 180 ਹੈ, ਜਦੋਂ ਕਿ ਦੇਸ਼ਾਂਤਰਾਂ ਦੀ ਗਿਣਤੀ ਬੇਟਾ 160 ਹੈ। ਇਹ ਵੀ ਅਸੀਂ ਧਿਆਨ ਦੇ ਵਿੱਚ ਰੱਖਣਾ, ਦੋਨਾਂ ਦੀ ਗਿਣਤੀ ਦੇ ਵਿੱਚ ਵੀ ਫਰਕ ਹੈ, ਇਹ ਤਿੰਨ ਫਰਕ ਅਸੀਂ ਯਾਦ ਰੱਖਣੇ ਆ। ਤਾਂ ਤੁਸੀਂ ਦੇਖ ਰਹੇ ਹੋ ਇਹ ਉੱਪਰ ਵਾਲਾ ਸਾਡਾ ਨਾਰਥ ਪੋਲ ਹੈ, ਥੱਲੇ ਵਾਲਾ ਸਾਊਥ ਹੈ, ਸੱਜੇ ਪਾਸੇ ਸਾਡੇ ਕੀ ਹੈ ਈਸਟ ਹੈ ਔਰ ਖੱਬੇ ਪਾਸੇ ਵੈਸਟ ਹੈ, ਯਾਨੀ ਕਿ ਉੱਤਰ ਦੱਖਣ ਪੂਰਬ ਪੱਛਮ। ਠੀਕ ਹੈ, ਤਾਂ ਹੁਣ ਤੁਸੀਂ ਦੇਖ ਹੀ ਰਹੇ ਹੋ ਦੋਨੋਂ ਚਿੱਤਰਾਂ ਨੂੰ ਧਿਆਨ ਦੇ ਨਾਲ ਇਹਨਾਂ ਨੂੰ ਅਸੀਂ ਸਮਝ ਲੈਣਾ ਕਿ ਜਿਹੜੀਆਂ ਇਹ ਰੇਖਾਵਾਂ ਹੈਗੀਆਂ ਇਹ ਆਪਸ ਵਿੱਚ ਮਿਲ ਰਹੀਆਂ ਉੱਪਰ ਜਾ ਕੇ ਨਾਰਥ ਪੋਲ ਤੋਂ ਸਾਊਥ ਪੋਲ 'ਤੇ, ਜਿਹੜੀਆਂ ਇਹ ਰੇਖਾਵਾਂ ਕਿਤੇ ਵੀ ਆਪਸ ਵਿੱਚ ਨਹੀਂ ਮਿਲ ਰਹੀਆਂ। ਇਹ ਵੀ ਇੱਕ ਇਹਨਾਂ ਦੇ ਵਿੱਚ ਅੰਤਰ ਹੈ ਕਿ ਇਹ ਬਿਲਕੁਲ ਪੈਰਲ ਹੁੰਦੀਆਂ ਹੈਗੀਆਂ। ਕਿਹਦੇ ਪੈਰਲ ਆ, ਇਕੂਟਰ ਯਾਨੀ ਕਿ ਭੂਮੱਧ ਰੇਖਾ ਜੋ ਸੈਂਟਰ ਦੇ ਵਿੱਚ ਦੀ ਲੰਘਦੀ ਹੈ, ਜੋ ਪ੍ਰਿਥਵੀ ਨੂੰ ਦੋ ਬਰਾਬਰ ਭਾਗਾਂ ਦੇ ਵਿੱਚ ਵੰਡਦੀ ਅਸੀਂ ਪੜ੍ਹ ਕੇ ਆਏ ਹਾਂ, ਉਸ ਦੇ ਬਿਲਕੁਲ ਪੈਰਲ ਆ, ਸਮਾਂਤਰ ਖਿੱਚੀਆਂ ਜਾਂਦੀਆਂ ਜਿਹਨੂੰ ਅਸੀਂ ਬੋਲਦੇ ਹਾਂ। ਠੀਕ ਹੈ, ਕਿਤੇ ਵੀ ਇੱਕ ਦੂਸਰੀ ਨਾਲ ਆਪਸ ਵਿੱਚ ਨਹੀਂ ਮਿਲਦੀਆਂ, ਬਟ ਜੇ ਇੱਧਰ ਗੱਲ ਕਰੀਏ ਤਾਂ ਇਹ ਆਪਸ ਵਿੱਚ ਮਿਲਦੀਆਂ ਹਨ, ਜਿਹੜੀਆਂ ਕਿ ਲੌਂਗਟੀਟਿਊਡਸ ਆ। ਲੈਟੀਟਿਊਡਸ ਜਿਹੜੀਆਂ ਆਪਸ ਵਿੱਚ ਨਹੀਂ ਮਿਲਦੀਆਂ, ਤਾਂ ਇਹ ਅਸੀਂ ਇਹਨਾਂ ਦਾ ਥੋੜ੍ਹਾ ਧਿਆਨ ਰੱਖਣਾ ਹੈਗਾ। ਠੀਕ ਹੈ, ਇਹਨਾਂ ਦੀ ਗਿਣਤੀ ਹੈਗੀ ਹੈ ਜਿਹੜੀ ਲੈਟੀਟਿਊਡਸ ਦੀ ਉਹ 180 ਹੈਗੀ ਆ, ਔਰ ਜੋ ਲੌਂਗਟੀਟਿਊਡਸ ਹੈਗੀਆਂ ਸਾਡੇ ਕੋਲੇ ਉਹਨਾਂ ਦੀ ਗਿਣਤੀ 360। ਤਾਂ ਇਸ ਤਰ੍ਹਾਂ ਅਸੀਂ ਇਹਨਾਂ ਦੇ ਵਿੱਚ ਜਿਹੜੇ ਅੰਤਰ ਆ ਇਹਨਾਂ ਦੇ ਚਿੱਤਰ ਦੇਖ ਕੇ ਉਹਨਾਂ ਨੂੰ ਪੂਰੇ ਧਿਆਨ ਦੇ ਨਾਲ ਅਸੀਂ ਕਰ ਸਕਦੇ ਹਾਂ। ਠੀਕ ਹੈ, ਇਹ ਦੋਨੋਂ ਚਿੱਤਰ ਸਾਡੇ ਸਾਹਮਣੇ ਹੈਗੇ ਆ, ਅਸੀਂ ਇਹਨਾਂ ਦੋਨਾਂ ਚਿੱਤਰਾਂ ਦੀ ਸਹਾਇਤਾ ਦੇ ਨਾਲ ਇਸ ਕੁਐਸਚਨ ਨੂੰ ਬੜੇ ਹੀ ਅੱਛੇ ਤਰੀਕੇ ਨਾਲ ਸਮਝ ਕੇ ਇਸ ਨੂੰ ਕਰ ਸਕਦੇ ਹਾਂ। ਨੈਕਸਟ ਹੈ, ਧਰਤੀ ਜਾਂ ਗਲੋਬ ਨੂੰ ਕਿੰਨੇ ਦੇਸ਼ਾਂਤਰਾਂ ਵਿੱਚ ਵੰਡਿਆ ਗਿਆ। ਤਾਂ ਅਸੀਂ ਹੁਣ ਹੀ ਪੜ੍ਹਿਆ ਕਿ 360 ਦੇਸ਼ਾਂਤਰਾਂ ਦੇ ਵਿੱਚ ਧਰਤੀ ਜਾਂ ਗਲੋਬ ਨੂੰ ਵੰਡਿਆ ਗਿਆ ਹੈ। 0 ਮੈਰੀਡੀਅਨ ਸੈਂਟਰ ਦੇ ਵਿੱਚ ਹੈ, 180 ਈਸਟ ਵਾਲੀ ਸਾਈਡ ਹੈ ਔਰ 180 ਵੈਸਟ ਵਾਲੀ ਸਾਈਡ ਹੈ। ਤਾਂ ਇਸ 'ਤੇ ਤੁਸੀਂ ਧਿਆਨ ਰੱਖਣਾ ਕਿ 0 ਮੈਰੀਡੀਅਨ ਤੋਂ ਸੱਜੇ ਪਾਸੇ ਨੂੰ ਕੀ ਹੈ ਤੁਹਾਡੇ ਈਸਟ ਹੈ ਔਰ ਖੱਬੇ ਪਾਸੇ ਨੂੰ ਕੀ ਹੈ ਵੈਸਟ ਹੈ, ਇਹ ਧਿਆਨ ਰੱਖਣਾ ਸੀ। ਔਰ ਦੋਨੋਂ ਪਾਸੇ 180 ਜਿਹੜੀਆਂ ਇਹ ਦੇਸ਼ਾਂਤਰ ਰੇਖਾਵਾਂ ਹੁੰਦੀਆਂ ਹਨ।
ਨੈਕਸਟ ਹੈ ਸਾਡੇ ਕੋਲੇ ਗਲੋਬ ਦਾ ਸਭ ਤੋਂ ਵੱਡਾ ਚੱਕਰ ਕਿਹੜਾ ਹੈ, ਤਾਂ 0 ਡਿਗਰੀ ਜਿਹੜਾ ਅਕਸ਼ਾਂਸ਼ ਹੈ ਇਸ ਨੂੰ ਭੂਮਧ ਰੇਖਾ ਆਖਦੇ ਹਨ। ਉਹ ਜਿਹੜਾ ਗਲੋਬ ਦਾ ਸਭ ਤੋਂ ਵੱਡਾ ਚੱਕਰ ਹੈ, ਦੇਖ ਰਹੇ ਤੁਸੀਂ ਇਕੂਟਰ ਸੈਂਟਰ ਦੇ ਵਿੱਚ ਜਿਹੜੀ 0 ਡਿਗਰੀ ਹੈ, ਠੀਕ ਹੈ। ਤਾਂ ਇਹ ਸਭ ਤੋਂ ਵੱਡਾ ਚੱਕਰ ਹੈ, ਕਿਉਂਕਿ ਬਾਕੀ ਦੇ ਸਾਰੇ ਦੇ ਚੱਕਰ ਜਿਹੜੇ ਹੈ ਇਸ ਤੋਂ ਅੱਗੇ ਜਾ ਕੇ ਛੋਟੇ ਹੁੰਦੇ ਜਾ ਰਹੇ। ਅਸੀਂ ਦੇਖ ਰਹੇ ਹਾਂ ਕਿ ਜਿਹੜਾ ਸਰਕਲ ਹੈਗਾ ਇਹ ਛੋਟਾ ਹੋ ਰਿਹਾ ਉੱਪਰ ਨੂੰ, ਔਰ ਸੈਂਟਰ ਜਦੋਂ ਤੁਸੀਂ ਕਿਸੇ ਵੀ ਸਰਕਲ ਦੇ ਉਹਦੇ ਬਿਲਕੁਲ ਸੈਂਟਰ ਦੇ ਵਿੱਚ ਕੋਈ ਲਾਈਨ ਲਗਾਓਗੇ ਤਾਂ ਉਹ ਸਭ ਤੋਂ ਵੱਡੀ ਲਾਈਨ ਉਹੀ ਹੁੰਦੀ ਹੈ। ਇਸ ਤਰ੍ਹਾਂ ਇਹ ਸਭ ਤੋਂ ਵੱਡਾ ਚੱਕਰ ਕੀ ਹੈ, ਇਕੂਟਰ ਹੈ। ਇਹ ਜਿਹੜਾ ਗਲੋਬ ਦੇ ਉੱਪਰ ਜਾਂ ਧਰਤੀ ਦਾ ਸਭ ਤੋਂ ਵੱਡਾ ਜਿਹਨੂੰ ਅਸੀਂ ਚੱਕਰ ਬੋਲ ਰਹੇ ਹਾਂ ਭੂਮਧ ਰੇਖਾ ਹੈ, ਠੀਕ ਹੈ। ਇਕੂਟਰ ਜਿਹਨੂੰ ਅਸੀਂ ਇੰਗਲਿਸ਼ ਦੇ ਵਿੱਚ ਬੋਲਦੇ ਹਾਂ, ਸਭ ਤੋਂ ਵੱਡਾ ਚੱਕਰ ਹੈ 0 ਡਿਗਰੀ 'ਤੇ ਇਹ ਹੁੰਦਾ ਹੈਗਾ, ਠੀਕ ਹੈ। ਉਸ ਤੋਂ ਬਾਅਦ ਵੱਖ-ਵੱਖ ਜਿਹੜੇ ਲਿਖੇ ਹੋਏ ਆ ਉਹਨਾਂ ਦੇ ਨਾਮ ਉਹ ਅਸੀਂ ਇਸ ਦੇ, ਠੀਕ ਹੈ, ਧਿਆਨ ਨਾਲ ਅਸੀਂ ਇਸ ਨੂੰ ਦੇਖ ਸਕਦੇ ਹਾਂ। ਨੈਕਸਟ ਹੈਗਾ ਵਿਚ ਇਜ਼ ਦੀ ਲਾਰਜੈਸਟ ਸਰਕਲ ਆਫ ਦਾ ਗਲੋਬ ਨੇਮ ਇਟ, ਤਾਂ ਉਹ ਅਸੀਂ ਦੱਸ ਚੁੱਕੇ ਇਕੂਟਰ ਇਜ਼ ਦਾ ਲਾਰਜੈਸਟ ਸਰਕਲ ਆਫ ਦਾ ਗਲੋਬ। ਅੱਗੇ ਦਿਸ਼ਾਂਤਰਾਂ ਦਾ ਫਿਰ ਕੀ ਮਹੱਤਵ ਹੈ, ਜਿਹੜੀਆਂ ਦਿਸ਼ਾਂਤਰ ਰੇਖਾਵਾਂ ਬਾਰੇ ਅਸੀਂ ਪੜ੍ਹਿਆ ਹੈ, ਇਹਨਾਂ ਦੀ ਸਹਾਇਤਾ ਨਾਲ ਅਸੀਂ ਕਿਸੇ ਸਥਾਨ ਦੀ ਸਥਿਤੀ ਦਾ ਪਤਾ ਲਗਾ ਸਕਦੇ ਹਾਂ। ਇਹਨਾਂ ਦੀ ਸਹਾਇਤਾ ਨਾਲ ਕਿਸੇ ਸਥਾਨ ਦੇ ਸਮੇਂ ਦੀ ਜਾਣਕਾਰੀ ਵੀ ਲਈ ਜਾ ਸਕਦੀ ਹੈ। ਜਿਹੜੀਆਂ ਦਿਸ਼ਾਂਤਰ ਰੇਖਾਵਾਂ ਦੀ ਜਾਣਕਾਰੀ ਵੀ ਲਈ ਜਾ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ 0 ਡਿਗਰੀ ਤੋਂ ਜਦੋਂ ਅਸੀਂ 180 ਡਿਗਰੀ ਈਸਟ ਵਾਲੀ ਸਾਈਡ ਜਾਵਾਂਗੇ ਤਾਂ ਸਮੇਂ ਦਾ ਪਤਾ ਲੱਗਦਾ ਹੈ, ਕਿਉਂਕਿ ਹਰ ਇੱਕ 0 ਡਿਗਰੀ ਦੇ ਵਿੱਚ ਬੇਟਾ 4 ਮਿੰਟ ਦਾ ਫਰਕ ਪੈਂਦਾ ਜਾਣਾ, ਠੀਕ ਆ। ਹਰ ਇੱਕ 0 ਡਿਗਰੀ ਜਦੋਂ ਅਸੀਂ ਈਸਟ ਵਾਲੀ ਸਾਈਡ ਜਾਵਾਂਗੇ ਤਾਂ 4 ਮਿੰਟ ਪਲੱਸ ਹੁੰਦੇ ਜਾਣਗੇ। ਜਦੋਂ ਅਸੀਂ ਹਰ ਇੱਕ 0 ਡਿਗਰੀ ਤੋਂ ਵੈਸਟ ਵਾਲੀ ਸਾਈਡ ਜਾਵਾਂਗੇ ਤਾਂ ਸਾਡੇ ਜਿਹੜੇ 4 ਮਿੰਟ ਆ ਉਸ ਸਮੇਂ ਤੋਂ ਮਾਈਨਸ ਹੁੰਦੇ ਜਾਣਗੇ। ਫੋਰ ਐਗਜ਼ਾਮਪਲ ਅਗਰ 0 ਡਿਗਰੀ 'ਤੇ 9 ਵਜੇ ਹਨ ਤਾਂ ਤੁਸੀਂ ਅਗਰ ਈਸਟ ਵਾਲੀ ਯਾਨੀ ਕਿ ਜੇਕਰ ਪੂਰਬ ਵਾਲੀ ਸਾਈਡ ਜਾਂਦੇ ਹੋ ਤਾਂ ਤੁਹਾਡੇ ਪਹਿਲੇ ਜਾ ਕੇ ਕਿਸੇ ਵੀ ਤੁਸੀਂ ਇੱਕ ਜਿਹੜਾ ਦਿਸ਼ਾਂਤਰ ਕ੍ਰੋਸ ਕਰ ਜਾਂਦੇ ਹੋ, ਇੱਕ ਲੌਂਗਟੀਟਿਊਡ ਕ੍ਰੋਸ ਕਰ ਜਾਂਦੇ ਹੋ, 1 ਨੰਬਰ ਲੌਂਗਟੀਟਿਊਡ 'ਤੇ ਕੋਈ ਖੜਾ ਤਾਂ ਉਹਦੇ ਘੜੀ 'ਤੇ 9:04 ਮਿੰਟ ਹੋਣਗੇ, ਔਰ ਜੋ 0 ਡਿਗਰੀ 'ਤੇ ਉਸੇ ਸਮੇਂ ਹੀ ਖੜਾ ਉਹਦੀ ਘੜੀ 'ਤੇ 9 ਵਜੇ ਹੋਣਗੇ। ਇਸ ਤਰ੍ਹਾਂ ਫਰਕ ਹੈ। ਅਗਰ ਉਹੀ ਇਨਸਾਨ ਪੂਰਬ ਵਾਲੀ ਸਾਈਡ ਕੋਈ ਇਨਸਾਨ 0 ਡਿਗਰੀ ਤੋਂ 1 ਡਿਗਰੀ ਲੌਂਗਟੀਟਿਊਡ ਦੇ ਉੱਪਰ ਖੜਾ ਹੈ ਤਾਂ ਉਸ ਦੀ ਘੜੀ ਦੇ ਉੱਪਰ ਉਸ ਸਮੇਂ 8:56 ਮਿੰਟ ਦਾ ਟਾਈਮ ਹੋਏਗਾ। ਕਹਿਣ ਦਾ ਮਤਲਬ ਕਿ ਅਗਰ ਅਸੀਂ ਖੱਬੇ ਪਾਸੇ ਨੂੰ ਜਾ ਰਹੇ ਹਾਂ ਤਾਂ ਸਾਡਾ ਟਾਈਮ 4 ਮਿੰਟ ਪ੍ਰਤੀ ਜਿਹੜਾ ਇਹ ਲੌਂਗਟੀਟਿਊਡਸ ਹੈ, ਦਿਸ਼ਾਂਤਰ ਹੈ, ਇਸ ਦੇ ਨਾਲ ਘਟਦਾ ਜਾਏਗਾ। ਅਗਰ ਅਸੀਂ ਪੂਰਬ ਵਾਲੇ ਪਾਸੇ ਜਾਂਦੇ ਹਾਂ ਤਾਂ ਜਿਹੜਾ ਇਸ ਸਾਈਡ ਪਾਸੇ ਜਾਂਦੇ ਹਾਂ ਤਾਂ ਸਾਡਾ ਇਹ 4 ਮਿੰਟ ਪ੍ਰਤੀ ਇੱਕ ਲੌਂਗਟੀਟਿਊਡ ਯਾਨੀ ਕਿ ਦਿਸ਼ਾਂਤਰ ਦੇ ਨਾਲ ਸਮਾਂ ਵੱਧਦਾ ਜਾਏਗਾ, ਔਰ ਅਗਰ ਅਸੀਂ ਖੱਬੇ ਪਾਸੇ ਨੂੰ ਜਾਂਦੇ ਹਾਂ ਤਾਂ ਇਸ ਸਾਈਡ ਨੂੰ ਸਾਡਾ ਜਿਹੜਾ ਸਮਾਂ ਘਟਦਾ ਜਾਏਗਾ। ਇਹ ਅਸੀਂ ਧਿਆਨ ਰੱਖਣਾ ਹੈਗਾ, ਠੀਕ ਹੈ ਜੀ। ਨੈਕਸਟ ਸਾਡੇ ਕੋਲੇ ਖਾਲੀ ਥਾਵਾਂ ਹੈਗੀਆਂ। ਊਸ਼ਨ ਖੰਡ ਅਤੇ ਕਰਕ ਰੇਖਾ ਮਰਕ ਰੇਖਾ ਨਾਲ ਦਰਸਾਉਂਦੀਆਂ ਹਨ। ਇਹ ਅਸੀਂ ਧਿਆਨ ਦੇ ਨਾਲ ਦੇਖ ਲੈਣਾ, ਇਹਨਾਂ ਨੂੰ ਅਸੀਂ ਆਪਣੀ ਕਾਪੀ ਦੇ ਉੱਪਰ ਨੋਟ ਕਰਨਾ। ਮਰਕ ਰੇਖਾ 23.5 ਡਿਗਰੀ ਅਕਸ਼ਾਂਸ਼ ਰੇਖਾ ਦੁਆਰਾ ਦਰਸਾਈ ਜਾਂਦੀ ਹੈ। ਤਾਂ ਅਸੀਂ ਪਿੱਛੇ ਦੇਖਿਆ ਹੋਣਾ ਕਿ ਜਿਹਦੇ ਉੱਪਰ ਜਿਹੜੀਆਂ 23.5 ਡਿਗਰੀ ਅਕਸ਼ਾਂਸ਼ ਦੇ ਉੱਪਰ ਜਿਹੜੀ ਨਾਰਥ ਦੇ ਵਿੱਚ ਇਹ ਰੇਖਾ ਲੱਗੀ ਹੋਈ ਹੈ, ਠੀਕ ਹੈ ਬੱਚੇ। ਅੱਗੇ ਸਾਡੇ ਕੋਲੇ ਖਾਲੀ ਥਾਵਾਂ ਹੈਗੀਆਂ ਜਿਹੜੀਆਂ, ਇਹਨਾਂ ਦਾ ਤੁਸੀਂ ਸਕਰੀਨਸ਼ਾਟ ਲੈ ਕੇ ਫਿਲਿੰਗ ਦੀ ਬਲੈਂਕਸ ਅੱਛੇ ਤਰੀਕੇ ਦੇ ਨਾਲ ਕਰ ਲੈਣਾ। ਉਸ ਤੋਂ ਬਾਅਦ ਜਿਹੜੇ ਟਰੂ ਫਾਲਸ ਹੈਗੇ ਆ ਉਹਨਾਂ ਦਾ ਵੀ ਸਕਰੀਨਸ਼ਾਟ ਲੈ ਕੇ ਅਸੀਂ ਚੰਗੀ ਤਰ੍ਹਾਂ ਕਰ ਸਕਦੇ ਹਾਂ। ਅਕਸ਼ਾਂਸ਼ਾਂ ਦੇ ਦਿਸ਼ਾਂਤਰਾਂ ਗਲੋਬ 'ਤੇ ਜਾਲ ਜਾਂ ਗ੍ਰਿਡ ਬਣਾਇਆ ਹੁੰਦਾ ਹੈ। ਅਸੀਂ ਜਾਣਦੇ ਹਾਂ ਕਿ ਅਗਰ ਤੁਸੀਂ ਦੋਨਾਂ ਨੂੰ ਦੇਖੋਗੇ ਤਾਂ ਗ੍ਰਿਡ ਜਾਲ ਬਣਿਆ ਹੋਇਆ ਦਿਖਾਈ ਦੇਗਾ। ਦੋ ਸਮਾਂਤਰ ਰੇਖਾਵਾਂ ਵਿੱਚ ਦੂਰੀ ਹਮੇਸ਼ਾ ਬਰਾਬਰ ਹੁੰਦੀ ਹੈ। 180 ਡਿਗਰੀ ਦਿਸ਼ਾਂਤਰ ਨੂੰ ਸਿਰਫ ਦਿਸ਼ਾਂਤਰ ਆਖਦੇ ਹਨ, ਠੀਕ ਹੈ ਬੇਟਾ। ਅੱਗੇ ਭਾਰਤ ਵਿੱਚ ਭਾਰਤ ਵਿੱਚ ਜਿਹੜਾ 82.5 ਡਿਗਰੀ ਪੂਰਬ ਦਿਸ਼ਾਂਤਰ ਨੂੰ ਪ੍ਰਮਾਣਿਕ ਜਿਹੜਾ ਦਿਸ਼ਾਂਤਰ ਮੰਨਿਆ ਜਾਂਦਾ ਹੈ। ਗ੍ਰੀਨਵਿਚ ਦੇ ਔਸਤ ਸਮੇਂ ਅਤੇ ਭਾਰਤੀ ਪ੍ਰਮਾਣਿਕ ਸਮੇਂ ਵਿੱਚ 5.5 ਮਿੰਟ ਜਿਹੜੇ 5 ਘੰਟੇ 30 ਮਿੰਟ ਦਾ ਜਿਹੜਾ ਫਰਕ ਹੈਗਾ। ਅੱਗੇ ਫਿਲਿੰਗ ਦੀ ਬਲੈਂਕਸ ਇਹੀ ਇੰਗਲਿਸ਼ ਦੇ ਵਿੱਚ ਹੈ, ਤਾਂ ਸਾਰੇ ਹੀ ਬੱਚਿਆਂ ਨੇ ਇਹਨਾਂ ਨੂੰ ਆਪਣੀ ਕਾਪੀ ਦੇ ਉੱਪਰ ਨੋਟ ਕਰ ਲੈਣਾ। ਇਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਇਸ ਨੂੰ ਨੋਟ ਕਰ ਸਕਦੇ ਹੋ, ਜਾਂ ਵੀਡੀਓ ਨੂੰ ਪਾਜ਼ ਕਰਕੇ ਵੀ ਇਸ ਨੂੰ ਆਪਣੀ ਕਾਪੀ ਦੇ ਉੱਪਰ ਉਤਾਰ ਸਕਦੇ ਹੋ। ਇਸੇ ਤਰ੍ਹਾਂ ਇਸ ਵੀਡੀਓ ਨੂੰ ਵਾਰ-ਵਾਰ ਦੇਖ ਕੇ ਇਸ ਲੈਸਨ ਦਾ ਅੱਛੀ ਤਰ੍ਹਾਂ ਅਭਿਆਸ ਕਰਨਾ। ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਕੋਈ ਵੀ ਵੀਡੀਓ ਸਾਡਾ ਤੁਹਾਡੇ ਤੱਕ ਆਸਾਨੀ ਨਾਲ ਇਸੇ ਤਰ੍ਹਾਂ ਪਹੁੰਚਦਾ ਰਹੇ। ਇਸ ਦੇ ਲਈ ਘੰਟੀ ਵਾਲੇ ਬਟਨ ਨੂੰ ਪ੍ਰੈਸ ਜ਼ਰੂਰ ਕਰ ਲੈਣਾ। ਬਹੁਤ ਬਹੁਤ ਧੰਨਵਾਦ ਬੇਟਾ।